इको ओंकार सतनाम करता पुरख निरभौ निर्वैर अकाल मूरत अजूनी सैभं गुर प्रसाद। दृष्टंत एको सुनियंत एको वर्तंत एको नरहर नाम दान जाचंत नानक दयाल पुरख कृपा करह। हिक सेवी हिक सम्मला हर इकस पै अरदास नाम वखर धन संचया नानक सच्ची रास। पिंगुल पर्वत पार परे खल चतुर बकीता अंधुलेत्र भवन सूझिया गुर भेट पुनीता। महिमा साधु संग की सुनो मेरे मीता मैल खोई कोट अगहरे निर्मल भय चीता। नैन न देखें साध से नैन बिहालिया करन न सुनही नाद करन मुंद घालिया। रसना जपै न नाम तिल तिल कर कटिया हरे हाँ जब बिसरै गोबिंद राय दिनों दिन कटिया। परम सत्कार योग परम सम्मान योग तखत चवर छत्र दे मालक सबदा अवतार जुगो जुग अटल दो जहां वाली साहिब श्री गुरु ग्रंथ साहिब महाराज जी दी पावन निग्गी गोद दा आनंद माण रही गुरु रूप साध संगत जीओ बड़ भागे हो जो कि बाला प्रीतम अष्टम बलबीरा 8वें पातशाह साहिब श्री गुरु हरकृष्ण साहिब जी महाराज श्री हरकृष्ण दे आइए जिस डिठे सब दुख जाएं। इहो जे महान सतगुरां दे पावन चरण छो अस्थान गुरुद्वारा श्री बंगला साहब विखे विराजमान होकर के 84 ਲੱਖ ਜੂਨਾਂ ਤੋਂ ਬਾਅਦ ਮਿਲੀ ਇਸ ਮਨੁੱਖਾ ਦੇਹੀ ਦਾ ਲਾਹਾ ਖੱਟ ਰਹੇ ਹੋ। ਇਸ ਤੋਂ ਪਹਿਲਾਂ ਆਪ ਜੀ ਢਾਡੀ ਵਾਰਾਂ ਸੁਣ ਰਹੇ ਸਨ। ਬੜਾ ਹੀ ਸੋਹਣਾ ਪ੍ਰਸੰਗ ਭਾਈ ਸਾਹਿਬ ਬਾਈ ਅਕਾਲੀ ਫੂਲਾ ਸਿੰਘ ਜੀ ਦਾ ਜੋ ਪੰਥ ਦੇ ਮਹਾਨ ਸੂਰਮੇ ਹੋਏ ਨੇ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। सो आओ जिन्ना भी समा गुरु बाबा जी ने बख्शिश किया है समय नूं सफला करन लई गुर शबद नाल जुड़िए। उडारियां मार रहे मन नूं मन परदेसी वे प्यारे आओ घरे। मनोवृत्तियां करो एकागर ते मन नूं थोड़ा वस विच करन दा जतन करिए। दसमेश पिता जी की बख्शिश की गुर फतेह की सांझ करो सारे प्यार नाल आखो वाहिगुरू जी का खालसा वाहिगुरू जी की फतेह। संसार दे विच जो भी जीव आया है उसने जाना है। जो दिस रहा है उसने नष्ट होना है। ये एक अटल सच्चाई है। जिथे परमात्मा ने हर चीज़ का जोड़ा बनाया है जेकर एक है तो वह है केवल ते केवल वाहिगुरू अकाल पुरख इको ओंकार जिसके अनेका ही नाम ने पर असल दे विच वो एक है। जिमें दुख दे नाल सुख स्त्री पुरुष रात दिन लाभ हानि
ਇਸੇ ਤਰ੍ਹਾਂ ਜਨਮ ਤੇ ਮਰਨ। ਜੀਵ ਸੰਸਾਰ ਦੇ ਵਿੱਚ ਬਾਅਦ ਵਿੱਚ ਆਉਂਦਾ, ਪਹਿਲਾਂ ਉਸਦਾ ਮਰਨ ਨਿਸ਼ਚਿਤ ਹੋ ਜਾਂਦਾ ਹੈ। ਗੁਰਬਾਣੀ ਗਵਾਹੀ ਦਿੰਦੀ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਸਾਰੀ ਜੀਵਨ ਕਿਰਿਆ, ਕਿੱਥੇ ਜਨਮ ਲੈਣਾ ਹੈ, ਕਿੱਥੇ ਪਾਲਣਾ ਪੋਸ਼ਣਾ ਹੋਣੀ ਹੈ, ਕਿੱਥੇ ਪੜ੍ਹਾਈ ਲਿਖਾਈ ਕਰਨੀ ਹੈ, ਕਿੱਥੇ ਕਾਰ ਵਿਹਾਰ ਕਰਨਾ ਹੈ, ਇਹ ਸਭ ਕੁਝ ਪਹਿਲਾਂ ਹੀ ਨਿਸ਼ਚਿਤ ਹੋ ਜਾਂਦਾ ਹੈ। ਸੰਸਾਰ ਦੇ ਵਿੱਚ ਇੱਕ ਮਨੁੱਖ ਉਹ ਨੇ ਜਿਹੜਾ ਸਿਰਫ ਤੇ ਸਿਰਫ ਆਪਣਾ ਭਲਾ ਚਾਹੁੰਦੇ ਨੇ। ਖਾਣ ਪੀਣ ਵਾਸਤੇ ਮਿਲ ਗਿਆ, ਉਸ ਤੋਂ ਅੱਗੇ ਉਹਨਾਂ ਨੂੰ ਸੋਚਣ ਦੀ ਲੋੜ ਨਹੀਂ। ਇੱਕ ਉਹ ਨੇ ਜਿਹੜੇ ਆਪਣੇ ਨਾਲ ਆਪਣੇ ਪਰਿਵਾਰ ਦੀ ਚਿੰਤਾ ਕਰਦੇ ਨੇ। ਇਸ ਤੋਂ ਇਲਾਵਾ ਇੱਕ ਉਹ ਨੇ ਜਿਹੜੇ ਆਪਣੇ ਪਰਿਵਾਰ ਦੀ ਤੇ ਨਾਲ ਸਮਾਜ ਦੀ ਚਿੰਤਾ ਕਰਦੇ ਨੇ, ਉਹਨਾਂ ਦਾ ਭਲਾ ਕਰਨ ਦੀ ਸੋਚਦੇ ਨੇ। ਸਰਬ ਸ੍ਰੇਸ਼ਟ ਸ਼੍ਰੇਣੀ ਦੇ ਵਿੱਚ ਉਹ ਆਉਂਦੇ ਨੇ ਜਿਹੜੇ ਆਪਣੇ ਪਰਿਵਾਰ ਦਾ ਤੇ ਆਪਣੇ ਸਮਾਜ ਤੋਂ ਬਾਅਦ ਆਪਣੇ ਦੇਸ਼ ਦਾ ਭਲਾ ਲੋਚਦੇ ਨੇ। ਇਹੋ ਜਿਹੇ ਮਨੁੱਖਾਂ ਦੇ ਵਿੱਚ ਅਵਤਾਰ ਨੇ, ਪੈਗੰਬਰ ਨੇ, ਮਹਾਪੁਰਸ਼ ਨੇ। ਉਹ ਮਹਾਨ ਯੋਧੇ ਨੇ ਜਿਨ੍ਹਾਂ ਨੇ ਆਪਣਾ ਸਿਰ ਤੱਕ ਦੇ ਕਰਕੇ ਆਪਣੇ ਦੇਸ਼ ਦੀ ਰਾਖੀ ਕੀਤੀ ਹੈ। ਕਿਉਂਕਿ ਅੱਜ ਪੰਥ ਦੇ ਮਹਾਨ ਸੂਰਮੇ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਜਨਮ ਦਿਹਾੜਾ ਹੈ, ਆਪ ਜੀ ਸਾਰੇ ਜਾਣਦੇ ਹੋ। (1670) ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਕਹਿੰਦੇ ਨੇ 9 ਵਰ੍ਹਿਆਂ ਦੀ ਉਮਰ ਸੀ, ਉਦੋਂ ਤੋਂ ਵੈਰਾਗ ਉਤਪੰਨ ਹੋ ਗਿਆ। ਕਾਰਨ ਇਹ ਬਣਿਆ ਵੀ ਕਿਸੇ ਹਿਰਣੀ ਨੂੰ ਮਾਰਿਆ, ਉਹ ਹਿਰਣੀ ਗਰਭ ਤੋਂ ਸੀ। ਕੁਰਲਾ ਕਰਕੇ ਤੜਪ ਕਰਕੇ ਉਸਦੇ ਬੱਚੇ ਮਰੇ, ਮਨ ਵਿੱਚ ਵੈਰਾਗ ਆ ਗਿਆ, ਘਰ ਬਾਹਰ ਛੱਡ ਦਿੱਤਾ। ਨਾਮ ਬਚਪਨ ਦਾ ਨਾਮ ਮਾਪਿਆਂ ਨੇ ਲਛਮਣ ਦਾਸ ਰੱਖਿਆ। ਉਸ ਤੋਂ ਬਾਅਦ ਮਾਧੋ ਦਾਸ ਬੈਰਾਗੀ ਬਣ ਗਏ। ਕਈ ਗੁਰੂ ਮਿਲੇ, ਉਹਨਾਂ ਤੋਂ ਸਿੱਖਿਆ ਦੀਖਿਆ ਪ੍ਰਾਪਤ ਕੀਤੀ। ਔਗੜਨਾਥ ਵਰਗੇ ਮਿਲੇ ਜਿਨ੍ਹਾਂ ਨੇ ਮਾਧੋ ਦਾਸ ਬੈਰਾਗੀ ਨਾਮ ਰੱਖਿਆ ਤੇ ਆਪ ਦੱਖਣ ਵੱਲ ਗੋਦਾਵਰੀ ਦੇ ਕੰਢੇ ਤੇ ਜਾ ਕਰਕੇ ਆਸ਼ਰਮ ਬਣਾਇਆ। ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅੰਤ ਵੇਲੇ ਨੰਦੇੜ ਸਾਹਿਬ ਪਹੁੰਚੇ ਨੇ, ਕਿਉਂਕਿ ਇਹ ਮਾਧੋ ਦਾਸ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਕਹਿੰਦੇ ਜਿਹੜਾ ਇਸ ਦੇ ਪਲੰਗ ਦੇ ਉੱਤੇ ਬਹਿੰਦਾ ਸੀ, ਇਹ ਪਲੰਗ ਨੂੰ ਸਿੱਧਿਆਂ ਦੇ ਜ਼ੋਰ ਦੇ ਨਾਲ ਪਲੰਗ ਨੂੰ ਪਲਟਾ ਦਿੰਦਾ ਸੀ। ਪਰ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਕਿਸੇ ਦੇ ਪੂਰਬਲੇ ਭਾਗ ਜਾਗਦੇ ਨੇ, ਉਦੋਂ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਰਬੱਗ ਹੈ, ਅੰਤਰਜਾਮੀ ਹੈ, ਸਭ ਕੁਝ ਜਾਣਨ ਵਾਲਾ ਹੈ। ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨੇ ਨੀਹਾਂ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਚਿਣਵਾਏ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਬਹੁਤ ਸਾਰੇ ਸਿੰਘ ਸੂਰਮੇ ਉਹ ਵੀ ਸ਼ਹੀਦ ਹੋ ਗਏ। ਹੁਣ ਆਪ ਜੀ ਨੰਦੇੜ ਸਾਹਿਬ ਪਹੁੰਚੇ ਨੇ।
ਜਦੋਂ ਇਸ ਦੇ ਆਸ਼ਰਮ ਵਿੱਚ ਪਹੁੰਚੇ, ਤੇਜ ਪ੍ਰਤਾਪ ਦੇਖ ਕਰਕੇ ਜਿਹੜੇ ਇਸ ਦੇ ਚੇਲੇ ਸਨ ਉਹ ਬੜੇ ਪ੍ਰਭਾਵਿਤ ਹੋਏ। ਇਹ ਉਸ ਵੇਲੇ ਆਪਣੇ ਆਸ਼ਰਮ ਦੇ ਵਿੱਚ ਨਹੀਂ ਸੀ। ਜਦੋਂ ਪਲੰਗ ਤੇ ਜਾ ਕਰ ਕੇ ਮਹਾਰਾਜ ਬੈਠੇ ਤੇ ਕੁਛ ਪ੍ਰਤੀਕਿਰਿਆ ਨਾ ਹੋਈ। ਇੱਕ ਇਸ ਦਾ ਚੇਲਾ ਗਿਆ, ਦੱਸਿਆ ਜਾ ਕਰ ਕੇ ਇਸ ਤਰ੍ਹਾਂ ਇੱਕ ਸੰਤ ਮਹਾਪੁਰਸ਼ ਆਏ ਹੋਏ ਨੇ, ਸ਼ਸਤਰਧਾਰੀ ਨੇ ਤੇ ਬਹੁਤ ਹੀ ਤੇਜ ਪ੍ਰਤਾਪੀ ਜਾਪਦੇ ਨੇ। ਤੁਹਾਡੇ ਪਲੰਗ ਤੇ ਬਹਿ ਗਏ ਪਰ ਕੋਈ ਪ੍ਰਤੀਕਿਰਿਆ ਪਲੰਗ ਵੱਲੋਂ ਨਾ ਹੋਈ। ਐਸ ਨੇ ਉੱਥੋਂ ਹੀ ਆਪਣੀਆਂ ਸ਼ਕਤੀਆਂ ਲਗਾਈਆਂ ਪਰ ਸਾਰੀਆਂ ਸ਼ਕਤੀਆਂ ਨਾਕਾਮ ਹੋ ਗਈਆਂ। ਆ ਕਰਕੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਨਿਹਾਲ ਹੋ ਗਿਆ। ਕਹਿਣ ਲੱਗਾ, ਮਹਾਰਾਜ ਅੱਜ ਤੱਕ ਕੋਈ ਮੇਰੇ ਪਲੰਗ ਦੇ ਉੱਤੇ ਬਹਿ ਨਹੀਂ ਸਕਿਆ। ਵੀ ਤੁਸੀਂ ਜਾਪਦਾ ਹੈ ਕੋਈ ਤੇਜ ਪ੍ਰਤਾਪੀ ਹੋ, ਨਾਮ ਦੇ ਰਸੀਏ ਹੋ, ਜੋ ਆਪ ਜੀ ਦੇ ਉੱਤੇ ਮੇਰੇ ਰਿੱਧੀ ਸਿੱਧਿਆਂ ਨੇ ਕੰਮ ਨਹੀਂ ਕੀਤਾ। ਮਹਾਰਾਜ ਨੇ ਕਿਹਾ, ਤੇਰਾ ਕੀ ਨਾਮ ਹੈ? ਮਹਾਰਾਜ, ਬੰਦਾ। ਕਿਸ ਦਾ ਬੰਦਾ? ਕਹਿਣ ਲੱਗਾ, ਅੱਜ ਤੋਂ ਮੈਂ ਤੁਹਾਡਾ ਹੀ ਬੰਦਾ ਹਾਂ। ਮਹਾਰਾਜ ਨੇ ਇਸ ਨੂੰ ਥਾਪੜਾ ਦਿੱਤਾ, ਅੰਮ੍ਰਿਤ ਛਕਾਇਆ ਤੇ ਨਾਮ ਬੰਦਾ ਸਿੰਘ ਰੱਖਿਆ। ਸਾਰੀ ਗੱਲ ਦੱਸੀ, ਮੁਗਲਾਂ ਨੇ ਕਿਸ ਤਰ੍ਹਾਂ ਅਤਿਆਚਾਰ ਕੀਤੇ, ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾ ਰਹੇ ਨੇ, ਵਿਰੋਧ ਕਰਨ ਤੇ ਮਾਰ ਕਾਟ ਕਰਦੇ ਨੇ। ਕਿਵੇਂ ਕਿਵੇਂ ਜੰਗਾਂ ਹੋਈਆਂ, ਕਿਵੇਂ ਕਿਵੇਂ ਸਾਹਿਬਜ਼ਾਦੇ ਸ਼ਹਾਦਤਾਂ ਹੋਈਆਂ, ਸਾਰੀ ਗੱਲ ਬੜੇ ਵਿਸਤਾਰ ਸਹਿਤ ਮਹਾਰਾਜ ਨੇ ਇਸ ਨੂੰ ਦੱਸੀ। ਜਦੋਂ ਸੁਣਿਆ ਵੀ ਨਿੱਕੀਆਂ ਨਿੱਕੀਆਂ ਜਿੰਦਾਂ ਨੀਹਾਂ ਦੇ ਵਿੱਚ ਚਿਣਵਾ ਦਿੱਤੀਆਂ ਤੇ ਥੋੜਾ ਵੀ ਉਸ ਦਾ ਹਿਰਦਾ ਨਾ ਕੰਬਿਆ। ਕਹਿੰਦੇ ਨੇ ਇਹਦੇ ਰੌਂਗਟੇ ਫੜਕਣ ਲੱਗੇ। ਕਹਿਣ ਲੱਗਾ, ਪਾਤਸ਼ਾਹ ਹੁਕਮ ਕਰੋ, ਮੇਰੇ ਵਾਸਤੇ ਕੀ ਹੁਕਮ ਹੈ? ਮਹਾਰਾਜ ਨੇ ਕਿਹਾ, ਜੋ ਰਿੱਧੀਆਂ ਸਿੱਧੀਆਂ ਦੇ ਨਾਲ ਲੋਕਾਂ ਨੂੰ ਭਰਮਾਉਂਦਾ ਹੈ, ਲੋਕਾਂ ਦੇ ਦਿਲਾਂ ਦੇ ਉੱਤੇ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਹੈ, ਇਹ ਰਿੱਧੀਆਂ ਸਿੱਧੀਆਂ ਤੇਰੇ ਚਰਨਾਂ ਦੀ ਦਾਸੀਆਂ ਨੇ। ਤੇ ਜੋ ਨਾਮ ਜਪਦਾ ਹੈ ਉਸ ਦੇ ਮਗਰ ਮਗਰ ਤੁਰਦੀਆਂ ਨੇ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ। ਕਿਉਂਕਿ ਰਿੱਧੀ ਸਿੱਧੀ ਨਾਮ ਤੋਂ ਬਹੁਤ ਪਿੱਛੇ ਨੇ। ਜੋਗੀਆਂ ਦੇ ਕੋਲ ਵੀ ਰਿੱਧੀ ਸਿੱਧੀਆਂ ਹੁੰਦੀਆਂ ਨੇ। ਛੋਟੇ ਛੋਟੇ ਚਮਤਕਾਰ ਦਿਖਾ ਕਰਕੇ ਲੋਕਾਂ ਨੂੰ ਭ੍ਰਮਿਤ ਕਰਦੇ ਨੇ, ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਕਈਆਂ ਨੇ ਰਿੱਧੀਆਂ ਸਿੱਧੀਆਂ ਤੋਂ ਆਪਣੀ ਕਮਾਈ ਦਾ ਜ਼ਰੀਆ ਬਣਾਇਆ ਹੋਇਆ ਰਿੱਧੀ ਸਿੱਧੀਆਂ ਨੂੰ। ਮਹਾਰਾਜ ਨੇ ਕਿਹਾ, ਤੂੰ ਜਾ ਪੰਜਾਬ ਦੇ ਵਿੱਚ ਤੇ ਉਹਨਾਂ ਜ਼ਾਲਮਾਂ ਤੋਂ ਟਾਕਰਾ ਕਰ, ਜੰਗ ਕਰ ਤੇ ਜਿੱਤ ਪ੍ਰਾਪਤ ਕਰ, ਉਹਨਾਂ ਦੇ ਕੀਤੇ ਦੀ ਸਜ਼ਾ ਉਹਨਾਂ ਨੂੰ ਦੇ। ਮਹਾਰਾਜ ਕਹਿਣ ਲੱਗਾ, ਮਹਾਰਾਜ ਪੂਰੀ ਜ਼ਿੰਦਗੀ ਤਪੱਸਿਆ ਦੇ ਵਿੱਚ ਕੱਟੀ ਹੈ ਤੇ ਮੈਂ ਕਿਵੇਂ ਸ਼ਸਤਰ ਚੁੱਕਾਂਗਾ, ਕਿਵੇਂ ਜੰਗ ਕਰਾਂਗਾ? ਉਹ ਤੇ ਬਹੁਤ ਵੱਡੇ ਮੁਗਲ ਨੇ, ਸਭ ਕੁਝ ਸਾਜੋ ਸਮਾਨ ਉਹਨਾਂ ਦੇ ਕੋਲ ਹੈ, ਮੈਂ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਸਕਾਂਗਾ? ਮਹਾਰਾਜ ਨੇ ਸਮਝਾਇਆ, ਜਿਹੜਾ ਝੂਠਾ ਤੇ ਜ਼ੁਲਮੀ ਬੰਦਾ ਹੁੰਦਾ ਹੈ, ਉਹ ਆਪਣਾ ਪ੍ਰਤਾਪ ਵਧਾਉਣ ਵਾਸਤੇ ਝੂਠ ਦਾ ਹੀ ਸਹਾਰਾ ਲੈਂਦਾ, ਹਮੇਸ਼ਾ ਜ਼ੁਲਮ ਦਾ ਸਹਾਰਾ ਲੈਂਦਾ ਹੈ।
पर जेकर सच्चाई उसके सामने आवे तो उसका मुकाबला करने विच असमर्थ हो जाता है। महाराज ने इसनूं 5 तीर दिते, 5 सिंह दिते। कहन लगा महाराज 5 तीरां दे नाल एड्डी वड्डी मुगल फौज का टाकरा किवें होवेगा। गुरु गोबिंद सिंह महाराज ने कहा है कोई मामूली तीर नहीं। जे तीरां दी शक्ति वेखना चाहुंदा है तो वेख, जो एक तीर महाराज ने कमान ते चढ़ाया, कहते आसमान दे विच बदल उमड़ पए, जिवें कालियां घटां हुंदियां ने। महाराज कहने कोई समझिया? कहते नहीं। कहते शहीद सिंघां दी रूहां ने वेखण दे विच तेरी फौज बहुत घट होवेगी, पर जो हमला करेगी तो ये जिहड़ी सिंघां दी रूहां ने ये मैदान जंग विच उतर करके तेरा साथ देणगे। यही कारण सी जदों कोई भी जंग हुई है, सिंह गिनती विच बहुत घट हुंदे सन ते वैरी दी लखां दी फौज नूं खत्म कर दिंदे सन। सारियां संगतां दे नाम महाराज ने हुक्मनामे भेजे। मैं बंदा सिंह बहादुर नूं अपना बहुत प्यारा सिख बना करके इत्थों भेजिया है ते सारियां संगतां इसदा सहयोग करन। हुण बाबा बंदा सिंह बहादुर नंदेड़ साहब तो निकले ने, पंजाब तक पहुँचदियां पहुँचदियां कई हज़ारां की गिणती विच फौज शामिल हो गई। जो भी हुक्मनामे सुनता उही फौज दे विच शामिल हुंदा जा रहा है। वजीर खां जिसने साहबजादियां नूं नीहां दे विच चनवाण दा हुक्म दिता सी। चिप्पड़ चिड़ी दा जंग होया, बहुत सारी मुगल फौज ते सब तो पहला उस समाने दे जिहड़े जल्लाद सन उन्हां नूं मारिया, वजीर खां नूं मारिया, होर सारे सौदा होया ते अगे वधे ने। हुण मुगल फौज दे विच तहलका मच गया बई किवें बंदी बनाया जावे। महाराज दी बख्शिश सी, नाल कोई जोर नहीं सी चल रहा, पर बड़े जतना करके बाबा बंदा सिंह बहादुर ਜਿਹੜੇ पासे भी निकलते हैं, सिंह संगतां नाल तुरदियां ने, घमासान दे जंग हुंदे ने ते बाबा जी की जित प्राप्त हुंदी है। क्योंकि सिख का निश्चा जेकर गुरु ते बन जावे, जे सिख दे मन विच हर वेले होवे गुरु मेरे संग सदा है नाले, सिमर सिमरति सदा संभाले, फिर वो दुनियावी पदार्थां वल नहीं तकदा, किसे दुनियावी मनुख का सहारा नहीं तकदा, इक्को एक गुरु की ओट तकदा है ते गुरु दे उत्ते पूर्ण भरोसा उसका बन जाता है। महाराज कहते ने रण दे विच सूरमा सच्चा वो है, सूरा सो पहचानिए जो लड़े दीन के हेत। दीन वास्ते, अपने वास्ते सारे लड़ते ने, पशु पक्षी भी अपने वास्ते लड़ करके अपना हक जताउंदे ने, मनुख भी कई ने जिहड़े अपने वास्ते तक अपने तक सीमित ने। पर महाराज कहते वो सच्चा सूरमा वो है जिहड़ा दीन वास्ते लड़े, दुनी वास्ते लड़े, दूजियां दे हक वास्ते लड़े। क्योंकि ये शहादतां
कोई गुरु गोबिंद सिंह महाराज तो आरंभ नहीं हुई। पुराने समय तो पंचम पातशाह ने ਇਹੋ ਜਿਹੀ ਨੀਂਵ ਰੱਖੀ ਸੀ। ਜਦੋਂ गुरु अमरदास महाराज इशनान कर रहे सन ते बीबी भानी जी इशनान कराउंदे सन बड़े प्यार नाल, ते कहंदे चौकी दा पावा टुट गया। किन्ना सत्कार होवेगा बीबी भानी जी दे मन विच, ये सोचण वाली गल है। अपने आप नूं कदे गुरु दी पुत्री नहीं मन्निया बीबी भानी जी ने, अपने आप नूं हमेशा सेवक। तो रुतबा किन्ना बुलंद, सब तो पहला गुरु दी बेटी, उस तो बाद गुरु अमर रामदास महाराज जी दे नाल विआह होया गुरु दी पत्नी। आप जी दा पुत्र, सब तो छोटा पुत्र साहिब श्री गुरु अर्जन देव जी महाराज, गुरु दी माता गुरु हरगोबिंद पातशाह, गुरु दी दादी, गुरु दी पड़दादी लक्कड़ दादी। किन्ना मान प्राप्त है बीबी भानी जी नूं। जदों जल नूं वेख्या गुरु अमरदास पातशाह जी ने, पावा टुट गया, बीबी जी ने अपना हथ लाता उत्थे। इशनान दे विच विघन नहीं पैना चाहिए। किन्नी सरदा भावना होवेगी। जदों देखिया पानी लाल रंग दा किवें है, पुछया बेटी ये पानी लाल रंग दा क्यों है? सारी गल दसी भी पावा टुट गया है चौंकी दा, मैं अपना हथ लाया है ते किल जिहड़ी चुभ गई है, उस दे करके ये लहू पानी दे विच है। कहन लगे बेटी अज तक पिता वास्ते पुत्रां ने ते लहू डोलिया है, पर तू पहली मिसाल है जिसने प्यो वास्ते पुत्री ने लहू डोलिया होवे। मंग की मंगदी है? ते उस वेले बीबी जी ने पल्ला फैलाया, बेनती कीती पातशाह ये गुरगद्दी सोढ़ी कुल दे विच ही रहे। घट घट दे जानन वाले दूरदर्शी भल्ले कुलभूषण गुरु अमरदास जी महाराज कहने लगे पुत्र ये तू की मंगया है? वो देख रहे ने तत्ती तवी ते बैठना पवेगा, उबलदी देग विच बैठना पवेगा, सिर दे उत्ते तत्ती रेता पवानी पवेगी, ते अगे फिर चांदनी चौंक दे भी शहादत देनी पवेगी, ते फिर छोटे छोटे निक्कियां जिंदां नूं दीवारां दे विच चनवाना पवेगा, मैदाने जंग विच साहबजादे शहीद करवाने पैणगे, पूरा सरवंश वारना पवेगा। सारी पिक्चर महाराज दे सामने है। ते बीबी जी आपने निश्चय तो डोले नहीं, कहने नहीं यही दात चाहिए है। ते गुरु अमरदास महाराज जी तो बाद गुरता गद्दी सोढ़ी कुल दे कोल रही है। ते निश्चय किन्ना प्रबल है, निश्चय कर अपनी जीत करो। जेकर निश्चय होवे किसी कम करन दा ते उस कम दे विच मनुख नूं जित अवश्य मिलती है। जेकर निश्चय तुहाड़ा नहीं, कम होवेगा नहीं होवेगा, बनेगा नहीं बनेगा। कई बारी सिख डोल जाता है गुरु घर दे विच आकर के, अरदास कीती पूरी नहीं हुई भी इत्थों कम नहीं बनना, फिर मड़ियां मसाणियां ते जांदा है, कबरां ते जांदा है, मंदिरां जांदा है। प्रसाद संगत जी याद रखना, ये जागदी जोत सतगुरां दी प्रतख गुरु है, जिस दी पूर्व
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਨਾ ਪਈ, ਕਿਤੋਂ ਵੀ ਉਸ ਦੀ ਪੂਰਤੀ ਨਹੀਂ ਹੋ ਸਕਦੀ। ਕਿਉਂਕਿ ਮਨ ਦੇ ਵਿੱਚ ਨਿਸ਼ਚਾ ਨਾ ਤੋੜੋ। ਕਿੰਨੇ ਕਿੰਨੇ ਦਿਨ ਤੱਕ ਲੋਕੀ ਪਾਠ ਕਰਦੇ ਨੇ। ਇਤਿਹਾਸ ਗਵਾਹ ਹੈ ਇਸ ਚੀਜ਼ ਦਾ। ਸਿੱਖੀ ਧਾਰਨ ਕਰਨ ਦੇ ਨਾਲ ਪਹਿਲਾਂ ਘਰ ਬਰਬਾਦ ਹੋ ਗਏ, ਪਰ ਨਿਸ਼ਚਾ ਨਹੀਂ ਤੋੜਿਆ। ਗੁਰੂ ਦੇ ਉੱਤੇ ਜਿਹੜਾ ਵਿਸ਼ਵਾਸ ਸੀ ਉਸ ਦੇ ਵਿੱਚ ਕੋਈ ਕਮੀ ਨਹੀਂ ਆਈ। ਫਿਰ ਗੁਰੂ ਇਹੋ ਜਿਹਾ ਟੁੱਟਿਆ ਕਿ ਲਹਿਰਾਂ ਬਹਿਰਾਂ ਹੋ ਗਈਆਂ। ਭਾਈ ਮੰਜੀ ਵਰਗੇ ਜਿਹੜੇ ਪਹਿਲਾਂ ਸਰਵਰ ਦੇ ਉਪਾਸਕ ਸਨ, ਪਰ ਗੁਰੂ ਦੀ ਸਿੱਖੀ ਧਾਰਨ ਕਰਨ ਦੇ ਨਾਲ ਸਾਰਾ ਘਰ ਬਰਬਾਦ ਹੋ, ਕਾਰੋਬਾਰ ਠੱਪ ਹੋ ਗਿਆ, ਪਰ ਨਿਸ਼ਚਾ ਨਾ ਟੁੱਟਿਆ। ਫਿਰ ਗੁਰੂ ਨੇ ਇਹੋ ਜਿਹੀ ਮਿਹਰ ਕੀਤੀ ਕਿ ਹਰ ਪਾਸੇ ਜੈ ਜੈਕਾਰ ਹੋਣ ਲੱਗ ਪਈ। ਕਹਿਣ ਤੋਂ ਭਾਵ ਹੈ ਸਾੜਾ ਨਿਸ਼ਚਾ ਗੁਰੂ ਦੇ ਉੱਤੇ ਅਟੁੱਟ ਰਹਿਣਾ ਚਾਹੀਦਾ ਹੈ। ਕਿਉਂਕਿ ਦੁੱਖ ਸੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸਰੀਰ ਹੈ, ਇਸ ਨੂੰ ਦੁੱਖ ਵੀ ਲੱਗੇਗਾ, ਸੁੱਖ ਵੀ ਆਵੇਗਾ। ਤੇ ਅੱਜ ਤੱਕ ਸੰਸਾਰ ਦੇ ਵਿੱਚ ਆਪ ਜੀ ਸਾਰੇ ਜਾਣਦੇ ਹੋ, ਹਮੇਸ਼ਾ ਮਨੁੱਖ ਅਮੀਰ ਨਹੀਂ ਰਹਿੰਦਾ ਤੇ ਨਾ ਹੀ ਹਮੇਸ਼ਾ ਗਰੀਬ ਰਹਿੰਦਾ ਹੈ। ਇਹ ਧਨ ਪਦਾਰਥ ਆਣੇ ਜਾਣੇ ਨੇ। ਅੱਜ ਉਸ ਦੇ ਕੋਲ ਹੈ, ਕੱਲ ਨੂੰ ਉਸ ਦੇ ਕੋਲ ਹੈ। ਪਰ ਇੱਕ ਸਮਾਜ ਦੇ ਤੌਰ ਤੇ ਮਨੁੱਖ ਸੋਚਦਾ ਹੈ ਜਿਹੜਾ ਅਮੀਰ ਹੈ ਉਸ ਦੀ ਪੂਜਾ ਹੁੰਦੀ ਹੈ, ਸਾਰੇ ਉਸ ਦਾ ਹੁਕਮ ਮੰਨਣ ਨੂੰ ਤਿਆਰ ਹੁੰਦੇ ਨੇ। ਰਵਿਦਾਸ ਭਗਤ ਜੀ ਉਹਨਾਂ ਦਾ ਪਾਵਨ ਸ਼ਬਦ ਹੈ, ਕਹਿੰਦੇ ਨੇ ਨਿਰਧਨ ਆਦਰ ਕੋਈ ਨਾ ਦੇ। ਜਿਹੜਾ ਗਰੀਬ ਬੰਦਾ ਹੈ ਸਮਾਜ ਦੇ ਵਿੱਚ ਉਸ ਨੂੰ ਇੱਜ਼ਤ ਨਹੀਂ ਮਿਲਦੀ, ਕਿਉਂਕਿ ਉਸ ਦੇ ਕੋਲ ਧਨ ਪਦਾਰਥ ਨਹੀਂ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿਤ ਨਾ ਧਰੇ। ਉਹ ਭਾਵੇਂ ਲੱਖਾਂ ਯਤਨ ਕਰੇ, ਉਸ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ। ਪੂਰੀ ਸੱਚਾਈ ਦੇ ਨਾਲ ਉਹ ਗੱਲ ਕਰਦਾ ਤੇ ਉਸ ਦੇ ਉੱਤੇ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ। ਪਰ ਕਹਿੰਦੇ ਜੋ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਜੇਕਰ ਅਮੀਰ ਬੰਦਾ ਗਰੀਬ ਦੇ ਘਰ ਗਿਆ, ਉਸਨੇ ਬੜਾ ਮਾਣ ਸਤਕਾਰ ਕੀਤਾ ਗਰੀਬ ਨੇ, ਆਓ ਜੀ ਬੈਠੋ ਜੀ। ਜਿੰਨੀ ਸਰਦਾ ਭਾਵਨਾ, ਜਿੰਨਾ ਉਸ ਦਾ ਆਦਰ ਕਰ ਸਕਦਾ ਸੀ ਉਸ ਤੋਂ ਵੱਧ ਕੀਤਾ, ਉਸ ਨੂੰ ਬਿਠਾਇਆ, ਹਰ ਗੱਲ ਪੁੱਛਦਾ ਉਸ ਤੋਂ। ਪਰ ਕਹਿੰਦੇ ਜੇ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜਦੋਂ ਅਮੀਰ ਬੰਦਾ ਗਰੀਬ ਦੇ ਕੋਲ ਗਿਆ ਤੇ ਉਸਨੇ ਬੜੇ ਪਿਆਰ ਸਤਿਕਾਰ ਨਾਲ ਉਸ ਨੂੰ ਬਹਾਇਆ। ਗਰੀਬ ਬੰਦਾ ਅਮੀਰ ਦੇ ਕੋਲ ਗਿਆ ਤੇ ਮਨ ਵਿੱਚ ਇੱਕੋ ਹੀ ਗੱਲ ਹੈ ਵੀ ਪੈਸੇ ਮੰਗਣ ਵਾਸਤੇ ਆਇਆ ਹੋਵੇਗਾ। ਉਹ ਭਾਵੇਂ ਕਿਸੇ ਹੋਰ ਕੰਮ ਵਾਸਤੇ ਗਿਆ ਹੋਵੇ, ਪਰ ਮਨ ਦੇ ਵਿੱਚ ਕਿਉਂਕਿ ਮਾਇਆ ਨੇ ਇਹੋ ਜਿਹਾ ਪਰਦਾ ਪਾ ਦਿੱਤਾ ਵੀ ਇਹ ਪੈਸੇ ਮੰਗਣ ਵਾਸਤੇ ਆਇਆ ਹੋਵੇਗਾ, ਤੇ ਉਸ ਦੇ ਵੱਲ ਪਿੱਠ ਕਰਕੇ ਬਹਿ ਜਾਂਦਾ, ਕੋਈ ਗੱਲਬਾਤ ਨਹੀਂ ਕਰਦਾ। ਭਗਤ ਜੀ ਕਹਿੰਦੇ ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਇਹ ਭਾਈ ਨਿਰਧਨ ਅਮੀਰ ਤੇ ਗਰੀਬ ਦੋਵੇਂ ਭਰਾ ਨੇ। ਉਸ ਪ੍ਰਭੂ ਪਰਮਾਤਮਾ ਦੀ ਕਲਾ ਹੈ, ਕਦੇ ਕੋਈ ਗਰੀਬ ਹੈ ਕਦੇ ਅਮੀਰ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ। ਪਰ ਕਹਿੰਦੇ ਨੇ ਕਹੇ ਕਬੀਰ ਨਿਰਧਨ ਹੈ ਸੋਈ ਜਾਂ ਕੇ ਹਿਰਦੈ ਨਾਮ ਨਾ ਹੋਈ। ਅਸਲ ਵਿੱਚ ਕਿਹੜਾ ਗਰੀਬ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ। ਨਾਮ ਧਨ ਜਿਸ ਦੇ ਹਿਰਦੇ ਵਿੱਚ ਵਸ ਗਿਆ, ਉਸ ਨੂੰ ਕੋਈ ਡੁਲਾਇਮਾਨ ਨਹੀਂ ਕਰ ਸਕਦਾ। ਸੋ ਇਹੋ ਜਿਹਾ ਅਟਲ ਨਿਸ਼ਚਾ, ਇਹੋ ਜਿਹੀ ਅੰਮ੍ਰਿਤ ਦੀ ਦਾਤ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਾਪਤ ਕੀਤੀ ਸੀ ਦਸਮੇਸ਼ ਪਿਤਾ ਜੀ ਕੋਲੋਂ, ਭਾਵੇਂ ਬੰਦੀ ਬਣ ਗਏ
ਪਿੰਜਰੇ ਵਿੱਚ ਪਾ ਕਰਕੇ ਜੰਜੀਰਾਂ ਨਾਲ ਜਕੜਿਆ ਹੋਇਆ ਚਾਰੋਂ ਪਾਸੇ ਪੂਰੀ ਦਿੱਲੀ ਦੇ ਵਿੱਚ ਜਲੂਸ ਕੱਢਿਆ ਗਿਆ। ਪਰ ਕਿਸੇ ਮੁਗਲ ਫੌਜੀ ਦੀ ਹਿੰਮਤ ਨਹੀਂ ਪੈਂਦੀ ਕੋਲ ਜਾਣ ਦੀ। ਬੜੇ ਬੁਰੇ ਤਰੀਕੇ ਨਾਲ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ। ਈਨ ਮਨਵਾਉਣ ਦੀ ਬੜੀ ਕੋਸ਼ਿਸ਼ ਕੀਤੀ ਬਈ ਤੂੰ ਮੁਸਲਮਾਨ ਬਣ ਜਾ ਤੇ ਰੁਤਬੇ ਬੁਲੰਦ ਹੋਣਗੇ, ਬਹੁਤ ਵੱਡਾ ਸਿਪੇ ਸਲਾਰ ਬਣੇਗਾ। ਤੇ ਬਾਬਾ ਜੀ ਨੇ ਕੋਈ ਗੱਲ ਉਹਨਾਂ ਦੀ ਨਾ ਮੰਨੀ। ਆਪ ਜੀ ਦਾ ਇੱਕ ਪੁੱਤਰ ਬੜੀ ਛੋਟੀ ਅਵਸਥਾ, ਕਹਿੰਦੇ ਨੇ ਉਸ ਦਾ ਕਲੇਜਾ ਕੱਢ ਕਰਕੇ ਮੂੰਹ ਵਿੱਚ ਠੂਸਿਆ ਗਿਆ, ਹੁਣ ਈਨ ਮੰਨ ਲਵੇ। ਪਰ ਨਹੀਂ, ਇਹੋ ਜਿਹੇ ਮਹਾਨ ਸੂਰਮੇ ਬਹੁਤ ਘੱਟ ਗਿਣਤੀ ਵਿੱਚ ਸੰਸਾਰ ਵਿੱਚ ਜੰਮਦੇ ਨੇ, ਜਿਨ੍ਹਾਂ ਦਾ ਕੰਮ ਹੀ ਪਰਉਪਕਾਰ ਹੈ। ਜਨਮ ਮਰਨ ਦੋਊ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਸ ਤਰ੍ਹਾਂ ਸੰਸਾਰ ਦੇ ਵਿੱਚ ਕਰੋੜਾਂ ਲੋਕ ਰੋਜ਼ ਜੰਮਦੇ ਨੇ, ਰੋਜ਼ ਮਰਦੇ ਨੇ, ਕੋਈ ਕਿਸੇ ਨੂੰ ਯਾਦ ਨਹੀਂ ਕਰਦਾ। किसी ने बड़ा सोना लिखा, रोज करोड़ों मरते हैं, शमशान दफन हो जाते हैं, कुछ ऐसे जीवन होते हैं मरने पर पूजे जाते हैं। रोज किन्ने मर रहे ने, किन्ने जम रहे ने, पर कोई किसी ने नहीं जानता। पर इहो जे सूरमे जिन्हां ने पंथ वास्ते, धर्म वास्ते, देश की राखी वास्ते आपने प्राण दिते होण ते संसार उन्होंने अज भी याद करता है। शहीदों की चिताओं पर लगेंगे हर बरस मेले, वतन पे मरने वालों का यही बाकी निशान होगा। चांदनी चौक सीसगंज साहब विखे रोज देसी घ्यो दी जोत, अखंड जोत जल रही है। जदों दी महाराज की शहादत हुई, गुरुद्वारा होंद विच आया, पर शहादत करवाण वाला औरंगजेब उसदी कबर दे उत्ते कोई दीवा बालन वाला भी नहीं। जेकर दीवा कोई बालदा तो जिहड़े यात्रु जाते उन्हां तो पैसे लै करके, तेल लै करके दीवा बलदा है, कोई याद नहीं करता। ते चांदनी चो सीसगंज साहब विखे हजारां ही लोग रोज लंगर छकते ने, मन मंगिया मुरादा पाउंदे ने। बाणी का इहो जिहा प्रवाह वगदा है कि हर वेले गुरबाणी के कीर्तन राही संगत निहाल हुंदियां ने। कहण तो भाव संसार दे विच किसी ने बड़ा सोहना लिखा है, हंस के मरा या कोई रो के मरा, जिंदगी पाई मगर उसने जो कुछ हो के मरा। क्योंकि संसार विच बंदा आया, खाता पीता ते चला गया, कोई लाभ नहीं। नाम हिरदे भी जदों तक नहीं वसेगा ते जूनिया दा गेड़ा कटना ही पवेगा। किन्नियां जूनियां ने, 84 लाख जूना दसिया गई ने। किन्ने कीड़े मकोड़े एक पल विच जीवंदे ने, मर जांदे ने। ते महाराज कहंदे ने, कई जन्म बे कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर वृक्ष जोयो। मिल जगदीश मिलन की बरिया, चिरंकाल ए देह संजरिया। कहते 84 लाख जूना तो बाद ये मनुखा जन्म मिलिया है। मिलिया किस वास्ते है? नाम जपण वास्ते। आपां रोज पढ़ते हैं भाई, परापत मानुक दे हुरिया, गोबिंद मिलन की यह तेरी बरिया। मनुखा जन्म ही एक इहो जिहा जन्म है जिस दे विच मनुख नूं मुक्ति प्राप्त हो सकती है। पर सिख दे विच जदों नाम वस जांदा है,
ਸਿੱਖ ਮੁਕਤੀ ਨੂੰ ਵੀ ਟਾਲ ਦਿੰਦਾ ਹੈ। ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਤੇਰੇ ਚਰਨਾ ਕਮਲਾਂ ਦੇ ਨਾਲ ਮੇਰੀ ਪ੍ਰੀਤੀ ਬਣੀ ਰਵੇ, ਬਸ ਇਹੀ ਦਾਤ ਦੇ। ਤੇ ਮਨੁੱਖਾ ਜਨਮ ਮਿਲਿਆ ਨਾਮ ਜਪਣ ਵਾਸਤੇ। ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਆ ਕਰਕੇ ਕੇਵਲ ਤੇ ਕੇਵਲ ਨਾਮ ਜਪ, ਇਹੀ ਤੇਰੇ ਨਾਲ ਜਾਵੇਗਾ। ਕਿਉਂਕਿ ਸੰਗਤ ਦੇ ਵਿੱਚ ਕਦੇ ਭੁੱਲ ਕਰਕੇ ਵੀ ਕੋਈ ਗੱਲ ਕਿਸੇ ਦੇ ਨਾਲ ਨਾ ਕਰੋ। ਕੀਰਤਨ ਹੋਵੇ, ਕਥਾ ਹੋਵੇ, ਢਾਡੀ ਪ੍ਰਸੰਗ ਹੋਵੇ, ਜੋ ਵੀ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਉਸ ਨੂੰ ਪਿਆਰ ਨਾਲ ਸਰਵਣ ਕਰੋ। ਇਹ ਘੜੀਆਂ ਜੀਵਨ ਵਿੱਚ ਮੁੜ ਕਰਕੇ ਨਹੀਂ ਆਉਂਦੀਆਂ। ਸਮਾਂ ਹੈ, ਪਤਾ ਨਹੀਂ ਕਿਸ ਤਰ੍ਹਾਂ ਬਣਿਆ ਹੈ, ਸਬਬ ਬਣਿਆ ਹੈ, ਸਤਸੰਗਤ ਪ੍ਰਾਪਤ ਹੋਈ ਹੈ। ਵੱਡੇ ਭਾਗ ਨੇ, ਨਹੀਂ ਤਾਂ ਕਿੰਨੇ ਹੀ ਲੋਕ ਚਾਰੋਂ ਪਾਸਿਓਂ ਨਿਕਲ ਰਹੇ ਨੇ। ਕਿਸੇ ਦੇ ਕੰਨ ਵਿੱਚ ਇੱਕ ਸ਼ਬਦ ਵੀ ਗੁਰਬਾਣੀ ਦਾ ਨਹੀਂ ਪੈਂਦਾ, ਉਹਨਾਂ ਦੇ ਭਾਗਾਂ ਵਿੱਚ ਨਹੀਂ। ਗੁਰੂ ਤੁਹਾਡੇ ਉੱਤੇ ਟੁੱਟਿਆ ਹੈ, ਖੁਸ਼ ਹੋਇਆ ਹੈ, ਤਾਂ ਤੁਹਾਨੂੰ ਸਤਸੰਗਤ ਪ੍ਰਾਪਤ ਹੋਈ ਹੈ। ਆਪ ਤੁਸੀਂ ਨਹੀਂ ਆਏ, ਇਹ ਗੁਰੂ ਦੀ ਕਿਰਪਾ ਦੁਆਰਾ ਹੋਇਆ ਹੈ। ਸੌਭਾਗਸ਼ਾਲੀ ਨੇ ਉਹ ਮਨੁੱਖ, ਵਡਭਾਗੇ ਨੇ। ਮਹਾਰਾਜ ਕਹਿੰਦੇ ਵਡਭਾਗੀ ਹਰ ਸੰਗਤ ਪਾਵੈਂ, ਭਾਗਹੀਨ ਬ੍ਰਹਮ ਚੋਟਾ ਖਾਵੈਂ। ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਸੌਭਾਗਵਤ ਸਤਸੰਗਤ ਪ੍ਰਾਪਤ ਹੋਈ ਹੈ। ਸਤਸੰਗਤ ਵਿੱਚ ਆਕਰ ਕੇ ਨਾਮ ਜਪਿਆ, ਸੁਣਿਆ, ਹਿਰਦੇ ਵਿੱਚ ਵਸਾਇਆ ਹੈ। ਕਿਉਂਕਿ ਬਿਨਾਂ ਭਾਗਾਂ ਤੋਂ ਸਤਸੰਗਤ ਨਹੀਂ ਮਿਲਦੀ, ਤੇ ਬਿਨਾਂ ਸਤਸੰਗਤ ਤੋਂ ਜੀਵ ਦਾ ਨਿਸਤਾਰਾ ਨਹੀਂ ਹੋ ਸਕਦਾ। ਜਿਹੜੀ ਵਿਕਾਰਾਂ ਦੀ ਮੈਲ ਹੈ, ਜਿਹੜੀ ਹਰ ਵੇਲੇ ਮਨੁੱਖ ਨੂੰ ਦੁਖੀ ਕਰਦੀ ਹੈ, ਸਭ ਤੋਂ ਵੱਡੇ ਦੁਸ਼ਮਣ ਨੇ ਅੰਦਰ ਬੈਠੇ ਨੇ। ਬਾਹਰਲੇ ਦੁਸ਼ਮਣਾਂ ਦੀ ਕੋਈ ਪਰਵਾਹ ਨਹੀਂ ਹੈ। ਸਭ ਤੋਂ ਵੱਡੇ ਦੁਸ਼ਮਣ ਮਨੁੱਖ ਦੇ ਅੰਦਰ ਬੈਠੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਹਾਰਾਜ ਕਹਿੰਦੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੇ ਘਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ, ਕਿਸ ਆਗੇ ਕਰੇ ਪੁਕਾਰ ਜਨਾ। ਕਹਿੰਦੇ ਹਰ ਵੇਲੇ ਮਾਰ ਰਹੇ ਨੇ, ਕੁੱਟ ਰਹੇ ਨੇ, ਲੜ ਰਹੇ ਨੇ। ਕਦੇ ਕੰਮ ਅੱਗੇ ਹੈ, ਕਦੇ ਕ੍ਰੋਧ ਅੱਗੇ ਹੈ, ਕਦੇ ਲੋਭ ਅੱਗੇ ਹੈ, ਕਦੇ ਕਾਮ ਅੱਗੇ ਹੈ, ਕਦੇ ਹੰਕਾਰ ਅੱਗੇ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀਰੇ। ਕੋਈ ਬਲੀ ਹੈ ਜਿਸੇ ਨੇ ਪੰਜਾਂ ਨੂੰ ਮਾਰਿਆ ਹੋਵੇ। ਮਾਰੇ ਕਹਿੰਦੇ ਬਾਣੀ ਦੁਆਰਾ ਮਾਰਿਆ ਜਾ ਸਕਦਾ ਹੈ। ਜਦੋਂ ਨਾਮ ਜਪੇਗਾ ਤੇ ਕਾਮ, ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹੋ ਜੀ ਅਰਦਾਸ ਕਰਿਆ ਕਰੋ। हे ਪਾਤਸ਼ਾਹ ਇਹੋ ਜੀ ਕਿਰਪਾ ਕਰ ਕਿ ਕਾਮ, ਕ੍ਰੋਧ, ਲੋਭ, ਮੋਹ ਇਹ ਕਾਬੂ ਵਿੱਚ ਰਹਿਣ, ਵਸ ਵਿੱਚ ਰਹਿਣ। ਆਪਣੀ ਤਾਕਤ ਦਾ ਨਸ਼ਾ ਸਾਨੂੰ ਨਾ ਦਿਖਾ ਸਕਣ। ਇਹ ਸਭ ਤੋਂ ਵੱਡੀ ਅਰਦਾਸ ਹੈ। ਕਿਉਂ? ਜੇਕਰ ਵਿਕਾਰ ਮਰ ਜਾਣਗੇ, ਕਿਉਂਕਿ ਵਿਕਾਰ ਜਿੱਥੇ ਨੇ ਉੱਥੇ ਰੋਗ ਨੇ, ਕਲੇਸ਼ ਹੈ, ਦੁੱਖ ਹੈ, ਤੇ ਉਹ ਆਪਣਾ ਡੇਰਾ ਲਾ ਲੈਂਦਾ ਹੈ। ਐਸ ਕਰਕੇ ਪੰਚਮ ਪਾਤਸ਼ਾਹ ਨੇ ਕਿਹਾ ਹੈ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਜਿਵੇਂ ਕੋਈ ਪ੍ਰਾਹੁਣਾ ਆ ਜਾਵੇ, ਜਾਣ ਦਾ ਨਾਮ ਨਾ ਲਵੇ, ਅਸੀਂ ਕਹਿੰਦੇ ਵੀ ਤਾਂ ਡੇਰਾ ਲਾ ਕਰਕੇ ਬਹਿ ਗਿਆ। ਐਸੇ ਤਰ੍ਹਾਂ ਹੀ ਵਿਕਾਰ ਜਦੋਂ ਨਾਮ ਹਿਰਦੇ ਵਿੱਚ ਨਹੀਂ ਹੁੰਦਾ, ਮਨੁੱਖ ਸਤਸੰਗਤ ਨਹੀਂ ਕਰਦਾ, ਨਿਤਨੇਮ ਨਹੀਂ ਕਰਦਾ, ਅੰਮ੍ਰਿਤ ਵੇਲਾ ਨਹੀਂ ਸਾਂਭਦਾ, ਤੇ ਗਲਤ ਤਰੀਕਿਆਂ ਦੇ ਵਿੱਚ ਸਮਾਜ ਦੇ ਵਿੱਚ ਪੈ ਜਾਂਦਾ ਹੈ, ਗਲਤ ਸ਼ੌਂਕ ਲੱਗ ਜਾਂਦੇ ਨੇ, ਤੇ ਕਹਿੰਦੇ ਨੇ ਦੁੱਖ ਉਸ ਦੇ ਵਿੱਚ ਡੇਰਾ ਪਾ ਕਰਕੇ ਬਹਿ ਜਾਂਦੇ ਨੇ। ਪਰ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ,
ਤੇ ਵਿਕਾਰਾਂ ਦੇ ਰਾਹ ਦੇ ਵਿੱਚ ਬੰਨਾ ਲਾ ਦਿੰਦਾ, ਰੋਕ ਲਾ ਦਿੰਦਾ ਹੈ। ਵਿਕਾਰਾਂ ਦੀ ਨੋ ਐਂਟਰੀ, ਵਿਕਾਰ ਨਹੀਂ ਆ ਸਕਦੇ। ਹੁਣ ਜਿੱਥੇ ਵਿਕਾਰ ਨਹੀਂ, ਉੱਥੇ ਉਹ ਰੋਗਾਂ ਦਾ ਡੇਰਾ ਜਿਹੜਾ ਸੀ ਉਹ ਟੁੱਟ ਗਿਆ, ਭੱਜ ਗਿਆ। ਪਰ ਕਹਿੰਦੇ ਨੇ ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾਧਾਰੀ। ਪਰਮਾਤਮਾ ਨੇ, ਹਰੀ ਨੇ ਇਹੋ ਜਿਹੀ ਕਿਰਪਾ ਕੀਤੀ, ਜਦੋਂ ਡੇਰਾ ਟੁੱਟ ਗਿਆ, ਵਿਕਾਰ ਆਉਣੋਂ ਹਟ ਗਏ, ਤੇ ਫਿਰ ਕਹਿੰਦੇ ਨੇ ਸਭ ਪਾਸੇ ਸੁਖ ਹੀ ਸੁਖ ਹੈ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ। ਜਦੋਂ ਮਨੁੱਖ ਦਾ ਇਹ ਨਿਸ਼ਚਾ ਬਣ ਗਿਆ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਫਿਰ ਮਹਾਰਾਜ ਕਹਿੰਦੇ ਨੇ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੇ। ਕਿਸੇ ਮਾੜੇ ਪਾਸੇ ਨਹੀਂ ਜਾਣ ਦਿੰਦਾ ਸਿੱਖ ਨੂੰ। ਜੇਕਰ ਜਾਣਾ ਵੀ ਚਾਹਵੇ ਤੇ ਉੱਤੇ ਪਹਿਰੇਦਾਰ ਬਣ ਕੇ ਖਲੋ ਜਾਂਦਾ ਹੈ, ਜਿਵੇਂ ਭਾਈ ਜੋਗਾ ਸਿੰਘ ਨੂੰ ਬਚਾਇਆ ਸੀ ਮਹਾਰਾਜ ਨੇ ਕੁਕਰਮ ਤੋਂ। ਤੇ ਗਲਤ ਨਿਸ਼ਚੈ ਕਰਨ ਦੀ ਤੂੰ ਵੇਖ, ਕਿਸੇ ਨਾ ਕਿਸੇ ਰੂਪ ਵਿੱਚ ਤੇਰੇ ਅੱਗੇ ਆ ਜਾਵੇਗਾ, ਤੇਰੇ ਸਾਹਮਣੇ ਆ ਜਾਵੇਗਾ, ਤੇਰੇ ਉਸ ਕੰਮ ਕਰਨ ਨੂੰ ਰੋਕੇਗਾ। ਸੋ ਸਾਧ ਸੰਗਤ ਜੀ, ਇਹਨਾਂ ਜੋਧਿਆਂ ਦੇ ਵਿੱਚ ਇਹ ਸਾਰੀ ਤਾਕਤ ਅੰਮ੍ਰਿਤ ਦੀ ਤਾਕਤ ਹੈ, ਅੰਮ੍ਰਿਤ ਦੀ ਸ਼ਕਤੀ ਹੈ। ਜੇਕਰ ਅੰਮ੍ਰਿਤ ਨਾ ਛਕਿਆ ਹੁੰਦਾ, ਹੋ ਸਕਦਾ ਸੀ ਸਾਹਿਬਜ਼ਾਦੇ ਨਿਆਂ ਵਿੱਚ ਚਿਣਨ ਤੋਂ ਇਨਕਾਰ ਕਰ ਦਿੰਦੇ, ਤੇ ਵਜ਼ੀਰ ਖਾਂ ਦੇ ਦਿੱਤੇ ਲਾਲਚ ਵਿੱਚ ਫਸ ਜਾਂਦੇ। ਪਰ ਅੰਮ੍ਰਿਤ ਦੀ ਸ਼ਕਤੀ ਸੀ, ਉਸ ਦਾ ਜ਼ੁਲਮ ਨਹੀਂ ਕਬੂਲਿਆ, ਉਸ ਦੇ ਲਾਲਚ ਵਿੱਚ ਨਹੀਂ ਫਸੇ। ਭਾਈ ਬਚਿੱਤਰ ਸਿੰਘ ਵਰਗੇ, ਇਹ ਅੰਮ੍ਰਿਤ ਦੀ ਸ਼ਕਤੀ ਸੀ, ਮਹਾਰਾਜ ਦਾ ਥਾਪੜਾ ਸੀ, ਕਿਰਪਾ ਸੀ, ਜੋ ਐਨੇ ਮਸਤ ਹਾਥੀ ਦੇ ਅੱਗੇ ਨਾਗਨੀ ਬਰਛਾ ਲੈ ਕਰਕੇ ਡਟ ਗਏ ਤੇ ਹਾਥੀ ਦਾ ਮੂੰਹ ਮੋੜ ਦਿੱਤਾ। ਸੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਮੁਬਾਰਕ ਹੈ, ਉਹ ਆਦਰਣ ਦੇ ਯੋਗ ਨੇ, ਸਤਿਕਾਰਯੋਗ ਨੇ। ਪਰ ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਨਹੀਂ ਛਕਿਆ, ਸੋ ਕਿਰਪਾ ਕਰਕੇ ਅੰਮ੍ਰਿਤ ਛਕੋ। ਕਈਆਂ ਨੂੰ ਬੇਨਤੀ ਕਰੀ ਤਾਂ ਕਹਿੰਦੇ ਨੇ ਜੀ ਇਹ ਬਚਪਨ ਦੇ ਵਿੱਚ ਨਹੀਂ, ਅਸੀਂ ਬੁਢਾਪੇ ਵਿੱਚ ਛਕ ਲਵਾਂਗੇ। ਭਾਈ ਸਾਡੇ ਕੋਲ ਕੋਈ ਗਰੰਟੀ ਕਾਰਡ ਨਹੀਂ ਹੈ ਬੁੱਢੇ ਹੋਣਾ ਹੈ ਜਾਂ ਨਹੀਂ ਹੋਣਾ, ਕਿਉਂਕਿ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ, ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ, ਕਹਾ ਬਿਸਾਸਾ ਦੇ ਕਾ ਬਿਲਮ न ਕਰੋ ਮੀਤ, ਨਹਿ ਬਾਰਿਕ ਨਹਿ ਜੋਬ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਾ ਬੂਝੇ ਜੋ ਆਏ ਪਰੈ ਜਮ ਫੰਦ। ਸਾਡੇ ਕੋਲ ਕੋਈ ਸਰਟੀਫਿਕੇਟ ਨਹੀਂ, ਅਸੀਂ ਬੁੱਢੇ ਹੋਣਾ ਹੈ। ਐਸ ਕਰਕੇ ਕਾਲ ਕਰਨ ਤਾ ਅਵੈ ਕਰ, ਅਬ ਕਰਤਾ ਸੋਇ ਤਾਲ। ਇੱਕ ਸਾਹ ਦਾ ਪਤਾ ਨਹੀਂ ਬੰਦੇ ਦਾ। ਐਸ ਕਰਕੇ ਅੰਮ੍ਰਿਤ ਛਕੋ, ਸਿੰਘ ਸਜੋ, ਨਾਮ ਜਪੋ, ਵੰਡ ਛਕੋ। ਇਹ ਜਿਹੜੇ ਗੁਰੂ ਨੇ ਸਿਧਾਂਤ ਦੱਸੇ ਨੇ, ਇਹਨਾਂ ਦੇ ਉੱਤੇ ਪਹਿਰਾ ਦਿਓ, ਤੇ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਬਹੁਤ ਬਹੁਤ ਧੰਨਵਾਦ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਆਪ ਰੱਬ ਵਰਗੀ ਸੰਗਤਾਂ ਦੇ ਦਰਸ਼ਨ ਹੋਏ ਨੇ। ਤੇ ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਗੁਰਬਾਣੀ, ਗੁਰਸ਼ਬਦ ਵਿਚਾਰ, ਇਤਿਹਾਸ ਵਿਚਾਰ ਸਰਵਣ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਇਸ ਪਾਵਨ ਸਥਾਨ ਦੇ ਜਿਹੜੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਹੋਰ ਸਮੂਹ ਸਟਾਫ, ਸਾਰਿਆਂ ਦਾ ਹਾਰਦਿਕ ਧੰਨਵਾਦ। ਬੋਲਣਾ ਚੁੱਕਾਂ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।